सब तो पहला धन्यवाद जी अपने परमेश्वर दे। उस तो बाद असीं धन्यवादी हाँ आयु संगत दे भी जिन्होंने प्रभु लैके आया जिन्हें नहीं भी आए प्रभु लैके आए। मेरा विश्वास है तुहाडीआं दुआवां नाल बहुत जल्दी जिहड़ा वा भवन तो बाहर लोग बैठने वाले हैं। हालेलुया हालेलुया। मेरा पूर्ण विश्वास है बहुत सारे लोगों को प्रभु लैके आ जाए। तो पहली गल तो यह कि जिहड़े लोग पवित्र आत्मा के चाहवान किन्नियां नूं पवित्र आत्मा मिलिया अपने हाथ उड़ावांगे भला मिलिया जिन्हां ठीक है। हालेलुया। किन्नियां नूं जिहड़े जिन्हां नूं अजे पवित्र आत्मा नहीं मिलिया पवित्र आत्मा पाना चाहते अपने हाथ उड़ाओ। पवित्र आत्मा जे नहीं मिलिया पाना चाहते ठीक है। मानो तू मेरी वीडियो हलाई जानी की है सानू सारियां नूं ही पवित्र आत्मा पूरी पानी चाहिए। पर पवित्र आत्मा इतना नहीं मिलता। सुनो पिछे जितनी भी लापरवाही होगी कर ली तुसी वखरी गल वा पर जे हुण पवित्र आत्मा पाउणा वा ते हुण लापरवाही नहीं करनी पैनी। लापरवाही छड्डो ਉਹਦੇ ਅਸੀਂ ਸ਼ੁਰੂ ਕੀਤਾ ਵਾ ਕਿ ਜਿੱਦਾਂ ਹੁਣ ਅਸੀਂ ਮੀਟਿੰਗ ਕਰਦੇ ਆਂ ਤੇ ਸਾਡੇ ਭੈਣ ਭਰਾ ਬੱਚੇ ਜਿਹੜੇ ਜੋ ਪਵਿੱਤਰ ਆਤਮਾ ਚ ਭਰ ਜਾਂਦੇ ਨੇ ਤੇ ਫਿਰ ਕਈ ਲੋਕਾਂ ਨੂੰ ਇਹ ਦੀ ਗੱਲ ਦੀ ਸਮਝ ਤੇ ਨਹੀਂ ਹੁੰਦੀ ਕਿ ਜਨ ਕਿਸ ਤਰੀਕੇ ਨਾਲ ਮਹਿਸੂਸ ਕਰਦੇ ਨੇ ਕਿਸ ਤਰੀਕੇ ਨਾਲ। ਉਹਦੇ ਅਸੀਂ ਸ਼ੁਰੂ ਕੀਤਾ ਬੁੱਧਵਾਰ ਦੀ ਪ੍ਰਾਰਥਨਾ। ਉਹ ਪ੍ਰਾਰਥਨਾ ਜਿਹੜੀ ਹੈ ਉਹਦੇ ਚ ਤੁਹਾਨੂੰ ਜਿੰਨਾ ਮਰਜ਼ੀ ਤੁਸੀਂ ਨੱਚ ਕੇ ਜਿੰਨਾ ਚਿਰ ਮਰਜ਼ੀ ਪ੍ਰਭੂ ਦੀ ਸਤੁਤੀ ਕਰ ਸਕਦੇ ਪਰ ਉਹ ਪ੍ਰਾਰਥਨਾ ਹੈ ਕਿਹੜੀ ਹੈ ਭਲਾ उची बोल करिया फास्टिंग उपवास प्रार्थना। हर बुधवार प्रार्थना शुरू की गई है। मेरे हिसाब नाल टाइम अही रखा वा 4 ਤੋਂ 5 बजे तक दा क्योंकि 5 बजे व्रत जड़ा उपवास खोलिया जाऊगा और जिन्ने भी लोग ने उपवास रखा होगा वो 5 ने वो 10 ने 12 ने जिन्ने भी हैं तो उन्होंने चलो मैं नाच नहीं लवांगा साडे भैन जी ने प्रभु उन्होंने होर वधावे वो चाहते ने कि असं हर हफ्ते ही जे कोई होर भी कोई भैन भरा करना चाहे तो नहीं तो कहते भी असं हर हफ्ते उन्होंने वर्त जड़ा वा जरूर खिलाया करांगे। ते साडे कि मैं तुहानूं दस देना चाहुंदा वा उदा भी अगर इहदे बारे मैं थोड़ी जी गल तुहानूं दसूंगा। ये जड़ा वर्त तुसीं रब दे लोकां दा खिलाउणा चाहुंदे हो ਜਦੋਂ ਉਸ ਭੈਣ ਨੇ ਪਰਨ ਕੀਤਾ ਵਾ ਕਿ ਮੈਂ ਜ਼ਰੂਰ ਖਿਲਾਵਾਂਗੀ ਜੀ ਮੈਂ ਹਰ ਹਫ਼ਤੇ ਸੇਵਾ ਕਰਿਆ ਕਰਾਂਗੀ ਜਿਹੜੇ ਲੋਕ ਵਰਤ ਰੱਖਦੇ ਨੇ ਤੇ ਉਹਦਾ ਦੁੱਗਣਾ ਫਲ ਵਾ ਉਹਦੇ ਬਾਰੇ ਮੈਂ ਤੁਹਾਨੂੰ ਕਲਾਮ 'ਚ ਸਮਝਾਵਾਂਗਾ। ਤੇ ਤੁਹਾਡੇ ਵਿੱਚੋਂ ਵੀ ਕੋਈ ਭੈਣ ਭਰਾ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਚਾਹੇ ਕਿਉਂਕਿ ਉਹਦਾ ਖਰਚਾ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ ਕੋਈ 300 ਰੁਪਇਆ ਖਰਚਾ ਆਵੇਗਾ। ਦਾਲ ਚੌਲ ਵੀ ਅਸੀਂ ਜੇ ਬਣਾਉਣੇ ਆ पर ਉਹਦੀ ਦੁੱਗਣੀ ਬਰਕਤ ਰੱਬ ਨੇ ਤੁਹਾਨੂੰ ਦੇਣੀ ਆ। ਉਹ ਕਦੀ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਪਾਸਟਰ ਜੀ ਇਸ ਵਾਰ ਅਸੀਂ ਜਿਹੜੇ ਭੈਣ ਭਰਾ ਨੇ ਵਰਤ ਰੱਖਿਆ ਵਾ ਕਿ ਅਸੀਂ ਉਹਨਾਂ ਦਾ ਵਰਤ ਕਰਾਉਣਾ ਚਾਹੁੰਦੇ ਆ। ਕੋਈ ਵੀ ਤੁਹਾਡੇ ਕੋਲ ਦੱਸ ਸਕਦਾ ਵਾ ਇੱਥੇ ਕਵਾਂਗੇ ਨਹੀਂ ਅਸੀਂ ਲਿਖਾਂਗੇ ਨਹੀਂ ਨਾ ਵੀ ਕੋਈ ਕਰੇਗਾ ਤੇ ਸਾਡੇ ਭੈਣ ਜੀ ਨੇ ਪਰਨ ਕੀਤਾ ਵਾ ਅਸੀਂ ਉਹਨਾਂ ਦੇ ਨਾਲ ਹਾਂ ਅਸੀਂ ਵੀ ਉਹਨਾਂ ਨਾਲ ਮਿਲ ਕੇ ਯੋਗਦਾਨ ਪਾਵਾਂਗੇ ਸੇਵਾ ਹਰ ਬੁੱਧਵਾਰ ਹੀ ਕਿਉਂਕਿ ਉਹ ਭੈਣ ਬਰਕਤ ਲੈਣਾ ਚਾਹੁੰਦੀ ਆ ਤੇ ਅਸੀਂ ਵੀ ਉਹਨਾਂ ਨਾਲ ਬਰਕਤ ਲੈਣੀ ਚਾਹਾਂਗੇ। ਸਾਰੇ ਬੋਲੋ ਜੀ ਹਾਲੇਲੂਇਆ ਹਾਲੇਲੂਇਆ। ਜਿਹੜੇ ਲੋਕ ਆਉਣਗੇ 4 ਵਜੇ ਠੀਕ ਇੱਥੇ ਪਹੁੰਚ ਜਾਇਆ ਕਰਨਾ। 4 ਵਜੇ ਪ੍ਰਾਰਥਨਾ ਸ਼ੁਰੂ ਹੋਣੀ ਹੈ। ਜ਼ਿਆਦਾ ਹੋਣੀ ਹੈ ਜ਼ਿਆਦਾ ਪ੍ਰਾਰਥਨਾ ਹੋਣੀ ਹੈ। ਜਿਨ੍ਹਾਂ ਲੋਕਾਂ ਨੇ ਪਵਿੱਤਰ ਆਤਮਾ ਨਹੀਂ ਪਾਇਆ ਉਹਨਾਂ ਨੇ ਪਵਿੱਤਰ ਆਤਮਾ ਪਾਉਣਾ। ਜਿਨ੍ਹਾਂ ਨੇ ਪਵਿੱਤਰ ਆਤਮਾ ਪਾਇਆ ਵਾ ਉਹਨਾਂ ਨੇ ਹੋਰ ਦੁੱਗਣਾ ਮਸਾ ਰੱਖੋ ਪਰ ਮੰਗਣਾ। ਔਰ ਫਿਰ ਵੇਖੋ ਇਸ ਸਾਲ ਦੇ ਵਿੱਚ ਤੁਹਾਡੇ ਘਰਾਂ ਵਿੱਚ ਹੀ ਤੁਹਾਡੀ ਸੋਚਣ ਸਮਝ ਤੋਂ ਬਾਹਰ ਕਿੰਨੀਆਂ ਬਰਕਤਾਂ ਆਉਣਗੀਆਂ ਤੇ ਤੁਹਾਡੇ ਭਵਨ ਵਿੱਚ ਵੀ ਕਦਾ ਬਹੁਤ ਲੋਕਾਂ ਨੂੰ ਲੈ ਕੇ ਆਵੇਗਾ। ਸਾਰੇ ਬੋਲੋ ਜੀ ਹਾਲੇਲੂਇਆ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਤੇ ਉਹਦੇ ਲਈ ਬੁੱਧਵਾਰ ਰੈਡੀ ਕਿੰਨੇ ਲੋਕ ਰੈਡੀ ਹੈ ਬੁੱਧਵਾਰ ਦੇ? ਸਾਰੇ ਨਹੀਂ ਰੈਡੀ ਨਾ ਭੁੱਖ ਬੜੀ ਲੱਗਦੀ ਹੈ। ਹਾਲੇਲੂਇਆ ਹਾਲੇਲੂਇਆ ਠੀਕ ਹੈ। ਬੁੱਧਵਾਰ ਲਈ ਜਿੰਨੇ ਲੋਕ ਰੈਡੀ ਆ ਵਰਤ ਰੱਖ ਕੇ ਆਉਣਾ
ठीक है जी, प्रार्थना करनी, समा कढ़ना परमेश्वर के लिए, जिसे कि ज्यादा मजबूरी हो गल वखरी है, बेटा सबना ने वरतना चरणा में आना 4 तो 5 अदर में करके पीछे भी हो सकता, अपनी तैयारी के नाल आना, तो बजाय के नाल नहीं आना, जो तारी सेवा करनी है ताकि रब बरकत देगा। सारे बोलो जी हालेलुया, सारे अपने आप उठा के बोलेंगे हालेलुया। तो आइए ਅਸੀਂ थोड़ा समा प्रभु के बच्चे ਨੂੰ ਸਮਝਾਂਗੇ। मैं ਤੁਹਾਨੂੰ ਇੱਕ ਵਚਨ ਸਮਝਾਉਣਾ ਚਾਹੁੰਦਾ ਹਾਂ। मैं ਪਹਿਲਾਂ ਵੀ ਇਹ ਵਚਨ ਜਿਹੜਾ ਵਾ ਸੈਲੇ ਦੇ ਵਿੱਚ ਵੀ ਇਹੋ ਦੱਸ ਕੇ ਆਇਆ। ਅਸੀਂ ਪੜ੍ਹਦੇ ਹਾਂ ਮੱਤੀ ਦੀ ਇੰਜੀਲ 25 ਬਾਪ, ਪਹਿਲਾਂ ਮੱਤੀ ਦੀ ਇੰਜੀਲ 25 ਬਾਪ ਉਸ ਦਾ 4 ਵਚਨ ਪੜਾਂਗੇ। थोड़ी ਜਿਹੀ ਗੱਲ मैं ਤੁਹਾਨੂੰ ਸਮਝਾਉਣੀ ਚਾਹਨਾ। पढ़ते हाँ। समझदारों ने अपनी मसालों के साथ अपनी कुपियां में तेल भी भर लिया। परंतु समझदारों ने अपनी मसालों के साथ अपनी कुपियों में तेल भी भर लिया। जब दूल्हे ने आने में देर हुई, जब दूल्हे के आने में देर हुई, वो सब पे ऊन पईयां और सौ गईयां। पंजाबी ਦੇ ਵਿੱਚ ਵੀ ਕੋਈ ਉੱਚੀ ਆਵਾਜ਼ ਨਾਲ ਪੜ੍ਹਦੇ, ਜਿਸ ਕੋ ਪੰਜਾਬੀ ਦੇ ਵਿੱਚ ਆ ਉੱਚੀ ਆਵਾਜ਼ ਨਾਲ। ਪਰ ਚਤਰਾ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸਾਲਾ ਨਾਲ ਲੈ ਲਿਆ। ਪਰ ਚਾਤਰਾ ਨੇ ਤੇਲ ਆਪਣੇ ਭਾਂਡਿਆਂ ਵਿੱਚ, ਤੇਲ ਉਹਨਾਂ ਦੇ ਕੋਲ ਵੀ ਸੀ ਤੇ ਵਾਧੂ ਤੇਲ ਵੀ ਉਹਨਾਂ ਨੇ ਆਪਣੇ ਭਾਂਡਿਆਂ ਦੇ ਵਿੱਚ ਲੈ ਲਿਆ। ਅਤੇ ਜਦ ਲਾੜੇ ਨੇ ਚਿਰ ਲਾਇਆ, ਅਤੇ ਜਦ ਲਾੜੇ ਨੇ ਆਉਣ ਵਿੱਚ ਚਿਰ ਲਾਇਆ, ਉਹ ਸਭ ਊਂਘ ਪਈਆਂ, ਉਹ ਸਭ ਤੇ ਊਂਘ ਪਈਆਂ ਅਤੇ ਸੌਂ ਗਈਆਂ। ਸਾਰੇ ਬੋਲੋ ਜੀ ਹਾਲੇਲੂਇਆ, ਹਾਲੇਲੂਇਆ। ਧਿਆਨ ਨਾਲ ਸਮਝਣਾ, ਮੈਂ ਬਹੁਤ ਜ਼ਿਆਦਾ ਨਹੀਂ, ਮੈਂ ਥੋੜੀ ਜਿਹੀ ਗੱਲ ਸਮਝਾਉਣੀ ਹੈ। ਕਿੰਨਾ ਨੇ ਵਾਧੂ ਤੇਲ ਲੈ ਲਿਆ ਜੀ? मैं 2 ਵਾਰੀ ਤਾਂ ਪੜਾਇਆ ਹਿੰਦੀ ਵਿੱਚ ਵੀ ਤੇ ਪੰਜਾਬੀ ਚ। ਕਿੰਨਾ ਨੇ ਤੇਲ ਲੈ ਲਿਆ? ਚਤਰਾ ਨੇ। 4 ਤਰ੍ਹਾਂ ਸਮਝਦਾਰ। ਇੱਥੇ ਮਤਲਬ ਫਿਰ ਇਹਦਾ ਮਤਲਬ ਵੀ 4 ਤਰ੍ਹਾਂ ਉਹਨਾਂ ਨੂੰ ਕਿਹਾ ਗਿਆ ਵਾ ਜਿਨ੍ਹਾਂ ਨੇ, ਕਿਉਂਕਿ ਇਹ ਮਸਾਲ ਵਾ, ਤੁਸੀਂ ਮਸਾਲਾ ਜੋ ਤੁਸੀਂ ਸਾਰੇ ਤੁਸੀਂ ਕੀ ਹੋ? ਮਸਾਲੇ। ਤੇ ਤੇਲ ਹੈਗਾ ਪਵਿੱਤਰ ਆਤਮਾ। ਤੇਲ ਕੀ ਹੈ? ਪਵਿੱਤਰ ਆਤਮਾ। ਮਸਾਲਾ ਤੁਸੀਂ ਹੋ, ਤੇਲ ਪਵਿੱਤਰ ਆਤਮਾ ਵਾ। ਤੇ ਤੁਹਾਡੇ ਕੋਲ ਇੰਨਾ ਤੇਲ ਹੋਣਾ ਚਾਹੀਦਾ ਵੀ ਉਛਲਣਾ ਚਾਹੀਦਾ। ਜਿਹਦਾ ਕੋਈ ਡੋਲੂ ਭਰਿਆ ਹੁੰਦਾ, ਕੋਈ ਜੱਗ ਭਰਿਆ ਹੁੰਦਾ, ਤੇ ਜਿਹੜਾ ਜ਼ਿਆਦਾ ਭਰਿਆ ਹੁੰਦਾ ਤੇ ਉਹ ਕੀ ਕਰਦਾ? ਉਛਲਦਾ, ਬਾਹਰ ਆਉਂਦਾ। ਇਸ ਤਰ੍ਹਾਂ ਜਿਹੜੇ ਲੋਕਾਂ ਨੇ ਭਰੇ ਆ ਨਾ ਪਵਿੱਤਰ ਆਤਮਾ ਨਾਲ, ਬਾਹਰ ਆਉਂਦਾ ਪਵਿੱਤਰ, ਉਹਨਾਂ ਦੇ ਵਸ ਦੀ ਗੱਲ ਨਹੀਂ। ਸਮਝ ਆ ਗਈ? ਹਾਲੇਲੂਇਆ, ਹਾਲੇਲੂਇਆ। ਉਹਨਾਂ ਦੇ ਵਸ ਦੀ ਗੱਲ ਨਹੀਂ। ਕਿਉਂਕਿ ਜਦੋਂ ਇੱਕ ਦਿਨ ਉਹ ਗਿਆਨ ਨਹੀਂ ਸੀ ਰੱਖਦੇ, ਉਹਨਾਂ ਨੂੰ ਪਤਾ ਹੀ ਨਹੀਂ ਸੀ। ਪਰ ਜਦੋਂ ਉਹਨਾਂ ਨੂੰ ਮਿਲਿਆ, ਜਦੋਂ ਆਤਮਾ ਨੇ ਟੱਚ ਕੀਤਾ, ਉਹਨਾਂ ਉਹ ਬੇਵਸ ਹੁੰਦੇ। ਪਵਿੱਤਰ ਆਤਮਾ ਉਛਲਦਾ। ਉਹ ਪਰਮੇਸ਼ਰ ਦੀ ਨਜ਼ਰਾਂ ਵਿੱਚ ਸਮਝਦਾਰ ਲੋਕ ਗਿਣੇ ਜਾਂਦੇ। ਇਹਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਨੇ ਪਵਿੱਤਰ ਆਤਮਾ ਨਹੀਂ ਆਜੇ ਮਿਲਿਆ ਕਿ ਉਹ ਮੂਰਖ ਗਿਣੇ ਜਾਂਦੇ ਨੇ, ਪਰ ਉਹ ਪਰਮੇਸ਼ਰ ਦੇ ਵਿੱਚ ਬਹੁਤ ਖਾਸ ਲੋਕ ਬਣ ਜਾਂਦੇ ਨੇ। ਤੁਸੀਂ ਵੀ ਖਾਸ ਹੋ। ਪਰ ਅਗਰ ਅੱਜ ਤੱਕ ਪਵਿੱਤਰ ਆਤਮਾ ਤੁਹਾਨੂੰ ਨਹੀਂ ਮਿਲਿਆ, ਤੇ ਬੁੱਧਵਾਰ ਦੀ ਪ੍ਰਾਰਥਨਾ ਸੀ ਇਸੇ ਲਈ ਸ਼ੁਰੂ ਕੀਤੀ ਆ। ਬੁੱਧਵਾਰ ਸ਼ਨੀਵਾਰ ਇਸੇ ਲਈ ਸ਼ੁਰੂ ਕੀਤੀ ਆ ਕਿ ਖੁਦਾ ਤੁਹਾਨੂੰ ਆਪਣੀ ਸਾਮਰਥ ਦੇਵੇ। ਔਰ ਜੇ ਤੁਹਾਨੂੰ ਰੱਬ ਦੀ ਸਾਮਰਥ ਮਿਲ ਗਈ, ਅੱਜ ਤੱਕ ਜੋ ਤੁਸੀਂ ਖੁਦਾ ਦੇ ਕਲਾਮ ਨੂੰ ਪੂਰਾ ਨਹੀਂ ਨਾ ਕਰ ਸਕੇ, ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ਕਤੀ ਦੇਵੇਗਾ ਖੁਦਾ ਦੇ ਕਲਾਮ ਨੂੰ ਪੂਰਾ ਕਰਨ ਦੀ। ਸਾਰੇ ਬੋਲੋ ਜੀ ਹਾਲੇਲੂਇਆ, 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 ਹਾਲੇਲੂਇਆ। ਮੈਂ ਆ ਕਰਨਾ ਚਾਹੁੰਦੀ ਆ ਜਾਂ ਮੈਂ ਚਾਹੁੰਦਾ ਵਾਂ, ਪਰ ਮੇਰੇ ਕੋਲ ਹੁੰਦਾ ਨਹੀਂ। ਕਿਉਂ ਨਹੀਂ ਹੁੰਦਾ? ਕਿਉਂਕਿ ਪਵਿੱਤਰ ਆਤਮਾ ਦੀ ਸਮਰਥ ਉਹਨਾਂ ਦੇ ਕੋਲ ਹੈ ਨਹੀਂ। ਪਹਿਲੀ ਗੱਲ, 4 ਉਹਨਾਂ ਨੂੰ ਕਿਹਾ ਗਿਆ ਜਿਨ੍ਹਾਂ ਨੇ ਪਵਿੱਤਰ ਆਤਮਾ ਪਾਇਆ। ਪਵਿੱਤਰ ਆਤਮਾ ਉਛਲਣਾ ਚਾਹੀਦਾ ਤੁਹਾਡੇ ਜੀਵਨ ਦੇ ਵਿੱਚ। ਇਹ ਕਿਸੇ ਮਿਸ਼ਨ ਦਾ ਕਾਨੂੰਨ ਨਹੀਂ ਹੈਗਾ। ਸੁਣੋ, ਹਾਲੇਲੂਇਆ। ਇਹ ਕਿਸੇ ਪਾਸਟਰ ਦਾ ਕਾਨੂੰਨ ਨਹੀਂ ਹੈਗਾ। ਇਹ ਕਿਹਦਾ ਕਾਨੂੰਨ ਹੈ? ਖੁਦਾ ਦੇ ਕਲਾਮ ਦਾ, ਪ੍ਰਭੂ ਦਾ ਕਾਨੂੰਨ ਹੈ ਕਿ ਕੀ ਪਾਓ? ਪਵਿੱਤਰ ਆਤਮਾ। ਤੁਹਾਡੀ ਤੇ ਪਰਮੇਸ਼ਰ ਦੀ ਆਤਮਾ ਇੱਕ ਹੋ ਜਾਵੇ। ਨੰਬਰ 2 35 ਹੈ। 35 ਅਸੀਂ ਪੜ੍ਹਦੇ ਆ। 25 ਦੀ 35। क्योंकि मैं भूखा था ਉੱਚੀ ਆਵਾਜ਼ ਨਾਲ, ਮੈਂ ਕਿਉਂਕਿ ਮੈਂ ਭੁੱਖਾ था और तुमने मुझे खाने को ਧਿਆਨ ਨਾਲ ਸੁਣੋ ਇਸ ਗੱਲ ਨੂੰ। ਮੈਂ ਭੁੱਖਾ ਸੀ, ਤੁਸੀਂ ਮੈਨੂੰ ਖਾਣ ਦੇ ਲਈ ਦਿੱਤਾ। मैं प्यासा था और तुमने मुझे पानी पिलाया। ਤੇ ਮੈਂ ਪਿਆਸਾ ਸੀ, ਤੁਸੀਂ ਮੈਨੂੰ ਪਾਣੀ ਪਿਲਾਇਆ। मैं परदेसी था। ਹਾਂ, ਬਸ ਇਹ ਨਹੀਂ। ਸਾਰੇ ਬੋਲੋ ਜੀ ਹਾਲੇਲੂਇਆ। ਪੰਜਾਬੀ ਦੇ ਵਿੱਚ ਉੱਚੀ ਆਵਾਜ਼ ਨਾਲ ਪੜ੍ਹਦੇ। ਕਿਉਂ ਜੋ ਮੈਂ ਭੁੱਖਾ ਸਾਂ ਕਿਉਂ ਜੋ ਮੈਂ ਭੁੱਖਾ ਸਾਂ, ਅਤੇ ਤੁਸੀਂ ਮੈਨੂੰ ਖਵਾਇਆ, ਤੁਸੀਂ ਮੈਨੂੰ ਖਵਾਇਆ। ਅਤੇ ਮੈਂ ਧਿਆਇਆ ਸਾਂ ਅਤੇ ਮੈਂ ਧਿਆਇਆ ਸੀ, ਅਤੇ ਤੁਸੀਂ ਮੈਨੂੰ ਪਿਆਇਆ। ਹਾਂ, ਤੇ ਤੁਸੀਂ ਮੈਨੂੰ ਪਿਆਇਆ। ਸਾਰੇ ਬੋਲੋ ਜੀ ਹਾਲੇਲੂਇਆ, ਸਾਰੇ ਬੋਲੋ ਜੀ ਹਾਲੇਲੂਇਆ, ਹਾਲੇਲੂਇਆ। ਇਹਦੀ ਗੱਲ ਮੈਂ ਤੁਹਾਨੂੰ ਕੀ ਦੱਸੀ ਕਿ 4 ਪਵਿੱਤਰ ਆਤਮਾ ਪਾਇਆ ਤੇ ਉਹਨਾਂ ਨੇ ਵਾਧੂ ਤੇਲ ਵੀ ਲੈ ਲਿਆ। ਤੇ ਲਿਖਿਆ ਵੀ ਜਦੋਂ ਲਾੜੇ ਨੂੰ ਮਿਲਣ ਦੇ ਲਈ ਗਈਆਂ, ਜਦੋਂ ਲਾੜੇ ਨੂੰ ਮਿਲਣ ਦੇ ਲਈ ਜਾ ਰਹੀਆਂ ਨੇ, ਤੇ ਜਿਹੜਾ ਉਹਨਾਂ ਦੇ
ਕੁੱਪੀਆਂ ਦੇ ਵਿੱਚ ਭਾਂਡਿਆਂ ਦੇ ਵਿੱਚ ਤੇਲ ਸੀ ਉਹ ਖਤਮ ਹੋ ਗਿਆ। ਇਹ ਜਿਹੜੀਆਂ ਦੂਸਰੀਆਂ ਸੀ ਜਿਹੜੀਆਂ ਬੇਸਮਝ ਕਹ ਲਓ ਜਿਹੜੀਆਂ ਚਾਤਰ ਨਹੀਂ ਸਨ ਉਹਨਾਂ ਦੇ ਕੁੱਪੀਆਂ ਦੇ ਵਿੱਚੋਂ ਤੇਲ ਕੀ ਹੋ ਗਿਆ ਖਤਮ ਹੋ ਗਿਆ। ਔਰ ਕੀ ਪ੍ਰੋਬਲਮ ਆਈ ਜਦੋਂ ਤੇਲ ਖਤਮ ਹੋ ਗਿਆ ਅਜੇ ਤੱਕ ਲਾੜੇ ਤੱਕ ਕਿਉਂਕਿ ਮਸਾਲਾ ਜਗਾ ਕੇ ਲਾੜੇ ਤੱਕ ਪਹੁੰਚਣਾ ਸੀ ਨਾ ਉਦੋਂ ਤੱਕ ਤਲਾਬ ਵਿੱਚ ਹੀ ਤੇਲ ਖਤਮ ਹੋ ਗਿਆ ਉਹਨਾਂ ਦਾ ਉੱਥੇ ਪਹੁੰਚ ਨਹੀਂ ਸਕੀਆਂ। ਪਰ ਜਿਹੜੀਆਂ ਚਾਦਰਾਂ ਸਨ ਉਹਨਾਂ ਨੇ ਕੁੱਪੀਆਂ ਦੇ ਭਰੀਆਂ ਸੀ ਵਾਧੂ ਤੇਲ ਵੀ ਆਪਣੇ ਨਾਲ ਲੈ ਲਿਆ ਕਿ ਜੇ ਰਸਤੇ ਵਿੱਚ ਫੁੱਟ ਜਾਊਗਾ ਤਾਂ ਅਸੀਂ ਉਹ ਤੇਲ ਜਿਹੜਾ ਕੀ ਕਰ ਲਾਂਗੇ ਵਰਤ ਲਾਂਗੇ। ਤੋਂ ਬਾਣੀ 'ਚ ਲਿਖਿਆ ਜਿਹੜੀਆਂ ਚਾਦਰ ਨਹੀਂ ਸਨ ਜਦੋਂ ਉਹਨਾਂ ਦਾ ਤੇਲ ਮੁੱਕ ਗਿਆ ਤੇ ਉਹ ਸਮਝਦਾਰਾਂ ਨੂੰ ਕਹਿੰਦੀਆਂ ਨੇ ਕੀ ਕਹਿੰਦੀਆਂ ਨੇ ਆ ਤੁਸੀਂ ਆਪਣਾ ਤੇਲ ਸਾਨੂੰ ਦੇ ਦਿਓ। ਕਹਿੰਦੀਆਂ ਨਾ ਨਾ ਭੈਣਾ ਹਾਲੇਲੂਇਆ ਮੈਂ ਤਾਂ ਆਪਣੇ ਨਹੀਂ ਮਹਾਂ ਇਕੱਠਾ ਕੀਤਾ ਤੇਲ ਮੰਗਣ ਵਾਲੇ ਕੋ ਮੰਗਣਾ ਹਾਲੇਲੂਇਆ। ਮਤਲਬ ਇਹਦਾ ਅਸਲ 'ਚ ਮਤਲਬ ਪਤਾ ਕੀ ਹੁੰਦਾ ਵੀ ਜਿਹੜੇ ਲੋਕਾਂ ਨੇ ਪਵਿੱਤਰ ਆਤਮਾ ਪਾਇਆ ਨਾ ਜਿਹੜੇ ਦੂਸਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਪਵਿੱਤਰ ਆਤਮਾ ਨੇ ਨਹੀਂ ਪਾਉਂਦੇ ਉਹ ਤੁਹਾਨੂੰ ਵੀ ਆਪਣੇ ਵਰਗਾ ਕਰਨਾ ਚਾਹੁੰਦੇ ਜਿਹੜੇ ਤੁਹਾਡਾ ਤੇਲ ਵੀ ਖਤਮ ਕਰਨਾ ਪਰ ਤੁਸੀਂ ਉਹਨਾਂ ਵਰਗੇ ਨਹੀਂ ਪਾਇਆ। ਤੁਸੀਂ ਪਵਿੱਤਰ ਆਤਮਾ ਪਾਇਆ ਵਾ ਤੇ ਗਲਾਤੀਆਂ 5:25 ਚ ਲਿਖਿਆ ਵਾ ਜੇ ਤੁਸੀਂ ਆਤਮਾ ਪਾਇਆ ਤੇ ਤੁਹਾਨੂੰ ਆਤਮਾ ਦੇ ਦੁਆਰਾ ਹੀ ਆਪਣਾ ਜੀਵਨ ਬਸਰ ਕਰਨਾ ਉਹਨਾਂ ਦੀ ਗੱਲ ਨਾਲ ਸਹਿਮਤ ਨਹੀਂ ਹੋਣਾ। ਜਿਨ੍ਹਾਂ ਨੇ ਅਜੇ ਤੱਕ ਖੁਦਾ ਦੀ ਗਿਆਨ ਨਹੀਂ ਪ੍ਰਾਪਤ ਕੀਤਾ ਜਿਹੜੇ ਪਵਿੱਤਰ ਆਤਮਾ ਦੇ ਬਾਰੇ ਵੱਖੋ ਵੱਖ ਗਿਆਨ ਬਖਸ਼ਦੇ ਨੇ ਵੱਖੋ ਵੱਖ ਤਰੀਕੇ ਨਾਲ ਨਹੀਂ ਕਈ ਤਰ੍ਹਾਂ ਦਾ ਗਿਆਨ ਪੁੱਠਾ ਸਿੱਧਾ ਬਖਸ਼ਦੇ ਉਹਨਾਂ ਦੇ ਆਪਣਾ ਤੇਲ ਨਹੀਂ ਖਤਮ ਕਰਨਾ। ਉਹਨਾਂ ਕਹਾ ਭੈਣੋ ਨਾ ਅਸੀਂ ਆਪਣੇ ਤੇਲ ਵਿੱਚੋਂ ਤੁਹਾਨੂੰ ਤੇਲ ਦੇ ਸਕਦੀਆਂ ਨਹੀਂ। ਕੀ ਕਰੋ ਫਿਰ ਇੱਕ ਸਲਾਹ ਤੁਹਾਨੂੰ ਦਿੰਦੀ ਆ ਅਸੀਂ ਕੀ ਕਰੋ ਇੰਜ ਕਰੋ ਵੇਚਣ ਵਾਲਿਆਂ ਦੇ ਕੋਲ ਜਾਓ ਜਾ ਕੇ ਉਹਨਾਂ ਕੋਲ ਤੇਲ ਕੀ ਲਾਓ ਮੁੱਲ ਲੈ। ਇਹਦਾ ਮਤਲਬ ਕੀ ਆ ਇਹਦਾ ਮਤਲਬ ਪਰਮੇਸ਼ਰ ਦੀ ਹਜ਼ੂਰੀ ਇਥੋਂ ਪਵਿੱਤਰ ਆਤਮਾ ਦਾ ਤੇਲ ਮਿਲਦਾ ਵਾ ਤੇ ਮਿਲਦਾ ਵੀ ਕਿਦਾਂ ਵਾ ਮੁੱਲ ਕਿਦਾਂ ਮਿਲਦਾ ਜੀ ਮੇਰਾ ਮੁੱਲ ਕਿਦਾਂ ਪਾਓ ਕਿ ਜੇ ਤੁਸੀਂ ਦਿਹਾੜੀ ਭੰਨ ਕੇ ਆਉਂਦੇ 200-300 ਰੁਪਇਆ ਉਹ 300 ਰੁਪਇਆ ਤੁਹਾਡਾ ਕੀ ਹੋਗਾ ਹਿਸਾਬ ਨਾਲ ਮੁੱਲ ਹੋ ਗਿਆ। ਜੇ ਤੁਸੀਂ ਕੋਈ 10-20-50-100 ਰੁਪਏ ਭੇਟ ਕੀਤੀ ਉਹ ਵੀ ਤੁਹਾਡਾ ਕੀ ਹੋ ਗਿਆ ਉਦਾਂ ਨਹੀਂ ਮੁੱਲ ਵੀ 500 ਰੁਪਇਆ ਕੱਢੋ 10000 ਰੁਪਇਆ ਲੱਗੂਗਾ ਜੀ 15000 ਰੁਪਇਆ ਲੱਗੂਗਾ ਜੀ 20000 ਰੁਪਇਆ ਲੱਗੂਗਾ ਹਨਾ ਉਹ ਤਾਂ ਮਤਲਬ ਸਾਰੇ ਬੋਲੋ ਜੀ ਹਾਲੇਲੂਇਆ ਉਹ ਤਾਂ ਪਤਾ ਕੀ ਹਿਸਾਬ ਦਾ ਮੈਨੂੰ ਤਾਂ ਹਿਸਾਬ ਦਾ ਪਤਾ ਲੱਗਦਾ ਕਿਉਂਕਿ ਅਸੀਂ ਤਾਂ ਸਿਰਫ ਹਿਸਾਬ ਦਾ ਉਹ ਦੱਸਦੇ ਜਿਹੜਾ ਕਿੱਥੇ ਲਿਖਿਆ ਬਾਈਬਲ ਦੇ ਵਿੱਚ ਹਾਲੇਲੂਇਆ। ਤੇ ਜੇ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹਿਸਾਬ ਦਾ ਉਹਨਾਂ ਦਾ ਚਲੋ ਰੱਬ ਉਹਨਾਂ ਨੂੰ ਬਰਕਤ ਦੇਵੇ। ਸੁਣੋ ਏਦਾਂ ਮੁੱਲ ਮਿਲਦਾ ਤੇ ਬਾਣੀ 'ਚ ਲਿਖਿਆ ਉਹ ਜਿਹੜੀਆਂ 5 ਮੂਰਖਣੀਆਂ ਸਨ ਉਹ ਤੇਲ ਲੈਣ ਲਈ ਜਦੋਂ ਦੁਕਾਨ ਵਾਲਿਆਂ ਕੋਲ ਗਈਆਂ ਤੇ ਲਿਖਿਆ ਹੱਟੀਆਂ ਬੰਦ ਹੋ ਚੁੱਕੀਆਂ ਸਨ। ਹੱਟੀਆਂ ਮਤਲਬ ਇੱਕ ਸਮਾਂ ਆਉਣਾ ਵਾ ਅੱਜ ਤੇ ਪਾਦਰੀ ਸਾਹਿਬ ਪਾਸਟਰ ਸਾਹਿਬ ਨੂੰ ਘਰ ਘਰ ਜਾ ਕੇ ਕਹਿੰਦੇ ਆ ਨਾ ਫੋਨ ਕਰਕੇ ਪੁੱਛਦੇ ਭੈਣ ਜੀ ਆਏ ਨਹੀਂ ਭਾਜੀ ਆਏ ਨਹੀਂ। ਇੱਕ ਸਮਾਂ ਆਉਣਾ ਵਾ ਚਰਚ ਬੰਦ ਕੀ ਹੋ ਚਰਚ ਬੰਦ ਹੋ ਜਾਣੀ ਕੋਈ ਤੁਹਾਨੂੰ ਪਾਸਟਰ ਨਹੀਂ ਲੱਭਣਾ ਕੋਈ ਤੁਹਾਨੂੰ ਸੇਵਕ ਨਹੀਂ ਲੱਭਣਾ ਖੁਦਾ ਦੇ ਕਲਾਮ ਦਾ ਕਾਲ ਪੈ ਜਾਣਾ ਵਾ ਕੋਈ ਤੁਹਾਨੂੰ ਰੱਬ ਦਾ ਕਲਾਮ ਸੁਣਾਉਣ ਵਾਲਾ ਨਹੀਂ ਮਿਲਣਾ। ਪਰ ਉਸ ਸਮੇਂ ਆ ਜਿਹੜਾ ਕਲਾਮ ਤੁਸੀਂ ਸੁਣ ਕੇ ਇਕੱਠ ਕੀਤਾ ਨਾ ਇਕੱਠ ਕੀਤਾ ਆਪਣੇ ਹਿਰਦੇ 'ਚ ਇਹ ਤੁਹਾਡੇ ਕੀ ਆਊਗਾ ਕੰਮ ਆਊਗਾ ਕਿਉਂਕਿ ਸੁਣ ਕੇ ਹੌਲੀ ਹੌਲੀ ਆਪਣੇ ਅੰਦਰ ਹੀ ਬਾਈਬਲ ਵਸਾ ਲਓ। ਕੋਈ ਵੀ ਬਾਈਬਲ ਸੁਣਾਉਣ ਵਾਲਾ ਨਾ ਮਿਲੇ ਪਰ ਤੁਹਾਡੇ ਦਿਲ ਵਿੱਚ ਉੱਤੇ ਕੋਈ ਖੋ ਚਰਚ ਬੰਦ ਹੋ ਚੁੱਕੇ ਨੇ ਆਤਮਿਕ ਤੌਰ ਤੇ ਦੁਕਾਨਾਂ ਬੰਦ ਹੋ ਗਈਆਂ। ਲਿਖਿਆ ਜਿਹੜੀਆਂ ਵਿਚਾਰਧਾਰ ਸਨ ਉਹ ਮਸਾਲਾ ਜਗਾਉਂਦੀਆਂ ਕਿੱਥੇ ਤੱਕ ਪਹੁੰਚ ਗਈਆਂ ਲਾੜੇ ਤੱਕ ਪਹੁੰਚ ਗਈਆਂ ਯਿਸੂ ਮਸੀਹ ਤੱਕ ਪਹੁੰਚ ਗਈਆਂ। ਇਹ ਜਿਹੜੀਆਂ ਮਿਲ ਕੇ ਦੁਕਾਨ ਤੋਂ ਵਾਪਸ ਆਈਆਂ ਲਿਖਿਆ ਜਦੋਂ ਵਾਪਸ ਆਈਆਂ ਪਹੁੰਚੀਆਂ ਤੇ ਬਾਣੀ ਦੇ ਵਿੱਚ ਲਿਖਿਆ ਦਰਵਾਜ਼ਾ ਕੀ ਹੋ ਗਿਆ ਬੰਦ। ਜਦ ਦਰਵਾਜ਼ਾ ਬੰਦ ਹੋ ਗਿਆ ਬਾਹਰ ਖੜੇ ਪਛਤਾਓਗੇ। ਇਸ ਕਰਕੇ ਗੀਤ ਹੈ ਉਠੋ ਜਾਗੋ ਕਰੋ ਤਿਆਰੀ। ਇਹਦਾ ਕੀ ਮਤਲਬ ਹੈ ਫੋਟੋ ਉੱਠਦੇ ਤੇ ਤੁਸੀਂ ਸਵੇਰੇ ਸਾਰੇ ਹੈ ਖਾਸ ਤੌਰ ਤੇ ਐਤਵਾਰ ਲਈ ਉਠੋ ਕਦ ਲਈ ਉਠੋ ਐਤਵਾਰ ਲਈ ਉਠੋ ਜਾਗੋ ਕਰੋ ਤਿਆਰੀ। ਕਈ ਲੋਕੀ ਨਾ ਐਤਵਾਰ ਵੀ ਉੱਠਦੇ ਆ ਸੁਣੋ ਜਾਣਾ ਮੇਰੇ ਧਿਆਨ ਦਿਓ ਉੱਠਦੇ ਆ ਐਤਵਾਰ ਦਾ ਮੂੰਹ ਤੇ ਧੋਦੇ ਚਾਹ ਦਾ ਗਲਾਸ ਪੀਂਦੇ ਤੇ ਗਲਾਸ ਤੇ ਥੋੜੀ ਪੀਂਦੇ ਹੋ ਕਿ ਮੈਂ ਐਵੇਂ ਕਰਦਾ ਜ਼ਿਆਦਾ ਪੀਂਦੇ ਸੀ ਸਾਰੇ ਬੋਲੋ ਜੀ ਹਾਲੇ
ਚਾਹ ਦਾ ਗਲਾਸ ਪੀਂਦੇ ਆ। जुना नबी को जाना सी ऐतवार, जना नबी को जाना किधर नु क्या खदाने जा ली? निन्नवानु जिधर नु चल गया तरसीस नु। सवेरे सवेरे उठ गया ऐतवार, मुंह हाथ को ताजा अपनी पीता गर्म पानी से नहाता, जाना ही तैयारी करके ऐतवार चर्च नु चल गए पासे दिहाड़ी। मैं आगे व्याख्या नहीं करनी, आगे लिखा कि जब जिधर नु खुदा ने कहा उधर नु ना गया, तुम सुनया होना भी फिर उधर की लिखा है, उठो जागो करो तैयारी। वो शेर दे जिधर नु मर्जी चली जाओ, रब कुछ नहीं कहंदा। रब कहंदा आत्मा दा सुरत संभाल, किधर नु चल मेरे हजूरी च चल, चर्च नु चल, ऐतवार भी सुत बुत गवा लेनी है। उठो जागो करो तैयारी, उम्र बीतती जाती सारी, ये यसू राजा आमण वाला, नाल उस दे जावांगे, जे दरवाजा बंद हो गया बाहर खड़े पछतावांगे। अबेदा बेस टाइम लग गया, हुन टाइम है, तैयारी कर लो, हुन कलाम नु इकट्ठा कर लो, पवित्र आत्मा पा लो। हालेलुया। नहीं तां टाइम लंघ गया, यीशु मसीह आया, ਜਿਹੜੇ ਤਿਆਰ ਵਾ ਉਹ ਨਾਲ ਚਲੇ ਜਾਣੇ ਆ, ਤੇ ਫਿਰ ਤੁਹਾਨੂੰ ਬਾਹਰ ਖੜੇ ਪਛਤਾਉਣਾ ਪੈਣਾ, ਤੁਹਾਨੂੰ ਕੁਝ ਵੀ ਫਲ ਮਿਲਣਾ ਨਹੀਂ। ਚਲੋ ਇਹ ਮੇਰਾ ਵਿਸ਼ਾ ਨਹੀਂ ਹੈ। ਸਮਝਦਾਰਾਂ ਨੇ ਆਤਮਾ ਪਾ ਲਿਆ, ਆਤਮਾ ਪਾ ਕੇ ਤੇ ਪ੍ਰਭੂ ਬਾਣੀ ਵਿੱਚ ਲਿਖਿਆ ਜਦੋਂ ਪ੍ਰਭੂ ਸਵਰਗ ਦੇ ਵਿੱਚ ਜਦੋਂ ਲੋਕ ਜਾਣਗੇ, ਜਦੋਂ ਤੁਸੀਂ ਇਸ ਸੰਸਾਰ ਤੇ ਉਮਰ ਭੋਗ ਕੇ ਜਾਓਗੇ ਨਾ ਸਵਰਗ ਦੇ ਵਿੱਚ, पर स्वर्ग च जाने केड़े आ? पता केड़े जाने आ? 35 आख फिर पढ़ो, 25 दी 35 की लिखा, क्यों जो मैं भुखा सां क्यों जो मैं भुखा सी अता तुसा मेनू खाण नू दित्ता, अते तुसी मैनू ये लोग जाने आ स्वर्ग दे विच। मैं सैले दे विच भी एक गल दसी सी, सुनो मेरा ध्यान दिओ। भुखा आदमी कदों होंदा भला? जदों मान लो कि उन्हें सारी दिहाड़ी रोटी ना खाती हो, उदों होंदा। मान लो उसने रोटी नहीं खादी, जब सवेरे रात की रोटी खादी, सवेरे कहता मैंने की लगी भूख लगी, जब सारा दिन की रोटी खादी, उधर ते जे बंदे ने वर्त ना रखा होवे, उन्हें कभी चाह पी ली, कभी बिस्कुट खा ले, भुजिया खा ले, कुछ ना कुछ खाता रहंदा। पर जो सारी दिहाड़ी भूखा रहंदा, शाम ਨੂੰ 4-5 ਵਜੇ ਕਈ ਲੋਕ ਕਹਿੰਦੇ, ਕਈ ਲੋਕ 12 ਵਜੇ ਕਹਿੰਦੇ ਕਿ ਮੈਨੂੰ ਭੁੱਖ ਬੜੀ ਲੱਗੀ ਹੈ, ਕਈ ਲੋਕ ਕਹਿੰਦੇ 5 ਵਜੇ ਹੁਣ ਮੈਨੂੰ ਕੀ ਲੱਗੀ, ਚਲੋ ਕੋਈ ਨਹੀਂ ਹੁਣ 5 ਵਜ ਗਏ, ਭੁੱਖ ਵੀ ਲੱਗੀ ਆ, ਹੁਣ ਕੀ ਖਾ ਲੈਨੇ, ਰੋਟੀ ਖਾ। मैं भुखा सी, ਇਹਦਾ ਮਤਲਬ ਜੇ ਪਹਿਲੀ ਗੱਲ ਤੇ ਰੱਬ ਦੇ ਦਾਸ ਦਾ ਵਰਤ ਖਿਲਾਉਣਾ, ਕਿਹਦਾ ਖਿਲਾਉਣਾ ਵਰਤ? ਉਹਦੇ ਅੱਗੇ ਜਾ ਕੇ ਲਿਖਿਆ ਮੈਂ ਭੁੱਖਾ ਸੀ ਤੁਸੀਂ ਮੈਨੂੰ ਖਾਣਾ ਖਵਾਇਆ, ਮੈਂ ਪਿਆਸਾ ਸੀ ਤੁਸੀਂ ਮੈਨੂੰ ਪਾਣੀ ਪਿਆਇਆ, ਮੈਂ ਪਰਦੇਸੀ ਤੁਸੀਂ ਮੇਰੀ ਖਬਰ ਲੈਣ ਲਈ ਆਏ, ਮੈਂ ਜੇਲ੍ਹ ਵਿੱਚ ਸੀ ਉਹਦੇ ਵੀ ਕਿਹਾ ਤੁਸੀਂ ਮੇਰੀ ਖਬਰ ਲੈਣ ਲਈ ਆਏ। ਮੈਂ ਕਰੇ ਇੱਕ ਗੱਲ ਦਸੀ, ਅੱਜ ਕੋ ਪਾਸਟਰ ਜੇਲ੍ਹ ਚ ਚੜ ਜੇ ਨਾ, ਲੋਕੀ ਖਬਰ ਲੈਣ ਨਹੀਂ ਜਾਂਦੇ। ਹਲੇ ਹਾਜ਼ਰੀਆ ਉਹ ਤੋਂ ਲੋਕੀ ਦੂਜੇ ਪਾਸੇ ਨੂੰ ਤੁਰ ਪੈਂਦੇ, ਸਾਨੂੰ ਪਹਿਲਾਂ ਪਤਾ ਹੀ ਆਂਦੇ ਨੇ ਜੇਲ੍ਹ ਚ ਜਾਣਾ। ਜੇ ਕੋਈ ਬਿਮਾਰ ਹੋ ਜੇ, ਪਾਸਟਰ ਬਿਮਾਰ ਹੋ ਜੇ, ਲੈ ਇਹਨੇ ਸਾਡੇ ਲਈ ਕੀ ਦੁਆ ਕਰਨੀ, ਕੰਮ ਕੀ ਹੈ? ਉਹਨੂੰ ਇਹ ਨਹੀਂ ਪਤਾ ਕਿ ਤੁਹਾਡੇ ਦੁੱਖ ਨੇ ਲੱਲੇ, ਸਾਡਾ ਕਮਾਂਡਰ ਯਿਸੂ ਮਸੀਹ ਸਾਡੇ ਦੁੱਖ ਕਿਹਨੇ ਲੈ ਲਏ? ਯਿਸੂ ਮਸੀਹ ਨੇ। ਸੇਵ ਕੇ ਤੁਹਾਡੇ ਰੋਜ਼ੇ ਰੱਖਦੇ ਵਕਤ ਤੇ ਪਹਿਲਾ ਸਥਾਨ ਅਟੈਕ ਸਾਡੇ ਤੇ ਕਰਦਾ, ਤੁਹਾਡਾ ਰੱਬ ਬਚਾਅ ਕਰ ਦਿੰਦਾ, ਤੇ ਸਾਡੇ ਲਈ ਦੁਆ ਕਰਨ ਦੀ ਬਜਾਏ ਨਾ ਲੋਕੀ ਸਾਨੂੰ ਹੋਰ ਹੀ ਕਹਾਣੀ ਸੁਣਾਉਂਦੇ ਰਹਿੰਦੇ ਨੇ। ਚਲੋ ਕੋਈ ਗੱਲ ਨਹੀਂ, ਰੱਬ ਤੁਹਾਡਾ ਭਲਾ ਕਰੇ। ਸਾਰੇ ਬੋਲੋ ਜੀ ਹਾਲੇਲੂਇਆ। ਸੇਵਕਾਂ ਦੀ ਦੁਆ ਕਰਿਆ ਕਰੋ, ਉਹ ਤੁਹਾਡੇ ਲਈ ਖੜਦੇ ਨੇ, ਤੁਹਾਡੇ ਅੱਗੇ ਹੁੰਦੇ ਨੇ। ਜਿਹੜੀ ਮਾਰ ਤੁਹਾਨੂੰ ਪੈਣੀ ਸੀ, ਸੇਵਕ ਤੁਹਾਡੀ ਚੱਲ ਲੈਂਦੇ ਨੇ। ਸਥਾਨ ਉਹਨਾਂ ਦੇ ਖਿਲਾਫ ਹੋ ਜਾਂਦਾ, ਤੁਸੀਂ ਉਹਨਾਂ ਦੀ ਦੁਆ ਨਹੀਂ ਕਰਦੇ, ਉਹਨਾਂ ਦੀ ਮਦਦ ਨਹੀਂ ਕਰਦੇ, ਕਈ ਲੋਕ ਉਹਨਾਂ ਦੇ ਖਿਲਾਫ ਬੋਲਦੇ ਰਹਿੰਦੇ। ਸਾਰੇ ਬੋਲੋ ਹਾਲੇਲੂਇਆ, ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। तो मैं भूखा सी, मतलब पहली गल ते वर्त सेवक लोकां दा खिलाउणा। दूसरी गल ਜਿਹੜੇ ਲੋਕਾਂ ਨੇ ਵਰਤ ਰੱਖਿਆ ਉਹ ਵੀ ਕੀ ਹੁੰਦੇ ਨੇ, ਸਾਰੀ ਦਿਹਾੜੀ ਭੁੱਖੇ ਹੁੰਦੇ ਨੇ। ਤੇ ਜਦੋਂ ਉਹ ਕਿੰਨੀ ਬਰਕਤ ਵਾਲੀ ਗੱਲ ਆ, ਬਹੁਤੇ ਲੋਕਾਂ ਨੇ ਨਾ ਪੁਰਾਣੇ ਸਮੇਂ ਦੀਆਂ ਗੱਲਾਂ ਅਜੇ ਕੋਈ ਕੁਝ ਲੋਕਾਂ ਨੇ ਰੱਖੀਆਂ ਵਾ। ਜਦੋਂ ਮੈਂ ਕੋਈ ਏਡਾ ਮਾੜਾ ਨਹੀਂ ਕਹਿੰਦਾ, ਕੁਝ ਲੋਕਾਂ ਨੇ ਨਾ ਆਦਤ ਵਾ ਲੋਕਾਂ ਦੀ ਲੰਗਰ ਲਾਉਣਾ। ਕੀ ਕਰਨਾ? ਲੰਗਰ ਲਾਉਣਾ। ਪਰ ਉਹ ਲੰਗਰ ਸਾਰਿਆਂ ਨੂੰ ਖਵਾਉਂਦੇ ਆ।
ਛੋਟੇ ਬੱਚੇ ਤੋਂ ਲੈ ਕੇ ਸਭ ਨੂੰ ਖਵਾਉਂਦੇ, ਪੀਣੀਆਂ ਪੀਣ ਵਾਲੇ ਨੂੰ ਖਵਾਉਂਦੇ, ਸ਼ਰਾਬ ਪੀਣ ਵਾਲੇ ਨੂੰ ਖਵਾਉਂਦੇ ਆ, ਸਾਰਿਆਂ ਨੂੰ ਕੀ ਖਵਾਉਂਦੇ ਆ? ਲੰਗਰ ਖਵਾਉਂਦੇ। ਉਹਦਾ ਪਰ ਉਹਨਾਂ ਫਲ ਨਹੀਂ ਹੈਗਾ ਜਿੰਨਾ ਫਲ ਵਾ ਜੇ ਤੂੰ ਸੇਵਕ ਲੋਕਾਂ ਨੂੰ ਖਾਣਾ ਖਵਾ ਲਿਆ, ਜਿੰਨਾ ਫਲ ਵਾ ਜਿੰਨੇ ਲੋਕਾਂ ਨੇ ਵਰਤ ਰੱਖਿਆ ਉਹਨਾਂ ਨੂੰ ਖਾਣਾ ਖਵਾ ਲਿਆ, ਉਹ ਵੱਡਾ ਫਲ ਵਾ। ਸਾਰੇ ਬੋਲੋ ਜੀ ਹਾਲੇਲੂਇਆ। ਕਿਉਂਕਿ ਉਹ ਤੁਹਾਡੇ ਲਈ ਕੀ ਕਰਨਗੇ? ਦੁਆ ਕਰਨਗੇ। ਪਰ ਦੂਜੇ ਲੋਕਾਂ ਨੇ ਖਾਣਾ ਖਾਣ ਤੋਂ ਪਹਿਲਾਂ ਵੀ ਬੀੜੀ ਲਾਈ, ਖਾ ਕੇ ਵੀ ਢਿੱਡ ਤੇ ਹੱਥ ਮਾਰ ਕੇ ਲਿਆਓ ਜਰਾ ਖਾਣਾ ਪਚਾਈਏ, ਫਿਰ ਬੀੜੀ ਲਾਈ। ਆਈ ਸਭ ਉਹਨਾਂ ਨਾਲ ਤੁਹਾਡੀ ਪਹਿਲਾਂ ਦੁਆ ਕੀਤੀ ਨਾ ਉਹਨਾਂ ਕਈ ਤੇ ਇਦਾਂ ਦੇ ਕਹਿੰਦੇ ਸਿਆਣਿਆਂ ਨੂੰ ਖਾਣਾ ਖਵਾ ਲਓ, ਬਜ਼ੁਰਗ ਨੂੰ। ਚਲੋ ਮੈਂ ਨਹੀਂ ਕਹਿੰਦਾ ਕਿ ਉਦਾਂ ਤੇ ਸਰੀਰਕ ਤੌਰ ਤੇ ਆਪਣੀ ਸੱਸ ਸਹੁਰਾ ਜਾਂ ਜਿਹੜੇ ਵੱਡੇ ਨਾਤੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਆ, ਇਹ ਨਹੀਂ ਮੈਂ ਕਹਿੰਦਾ ਦਾ। ਪਰ ਆਤਮਿਕ ਤੌਰ ਤੇ ਕਈ ਕਹਿੰਦੇ ਸਿਆਣਿਆਂ ਨੂੰ ਨਾ ਖਾਣਾ ਖਵਾ ਲਓ, ਪਰ ਉਹਨਾਂ ਸਿਆਣਿਆਂ ਨੂੰ ਨਾ ਖਵਾ ਲਓ ਜਿਹੜੇ ਅੱਧਾ ਤੱਕ ਉਹਨਾਂ ਦੀ ਗਾਲ ਕੱਢਦੇ ਹਨ। ਕਈ ਤੇ ਬੁੱਢੇ ਇਦਾਂ ਦੀਆਂ ਗਾਲਾਂ ਕੱਢਦੇ ਆ ਇਹਨਾਂ ਕੋ ਸੁਣੀਆਂ ਨਹੀਂ ਜਾਂਦੇ, ਕਹਿੰਦੇ ਆ ਨਵੀਂ ਆਈ ਗਾਲ, ਕਹਿੰਦੇ ਇਹਨੇ ਜਿਹੜੀ ਗਾਲ ਛੱਡੀ। ਹਾਲੇਲੂਇਆ। ਮਤਲਬ ਤੁਸੀਂ ਸੁਣੀ ਵੀ ਨਹੀਂ ਇਦਾਂ ਦੀਆਂ ਗਾਲਾਂ ਕੱਢਦੇ ਆ। ਆਤਮਿਕ ਤੌਰ ਤੇ ਉਹਨਾਂ ਦੀ ਸੇਵਾ ਨਹੀਂ, ਆਤਮਿਕ ਤੌਰ ਤੇ ਰੱਬ ਬਾਈਬਲ ਦੇ ਵਿੱਚ ਲਿਖਿਆ ਜਾਓ ਦੁਖੀ ਹੋ ਤੇ ਦੁਆ ਕਰੋ, ਖੁਸ਼ ਹੋ ਤੇ ਭਜਨ ਗਾਓ। ਜੇ ਕੋਈ ਮੰਨਦਾ ਤੇ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦ ਕੇ ਲੈ। ਕਿਹਨਾਂ ਨੂੰ? ਕਲੀਸਿਆ ਦੇ ਬਜ਼ੁਰਗ ਕਿਹਨੂੰ ਕਹਿੰਦੇ ਨੇ? ਸੇਵਕ ਲੋਕ। ਫਿਰ ਉਹ ਸਿਆਣੇ ਹੋ ਗਏ ਨਾ, ਉਹ ਹੀ ਸਿਆਣੇ ਹੋ ਗਏ। ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦ ਕੇ ਲੈ, ਉਹ ਆਉਣ, ਉਹਨਾਂ ਦੇ ਘਰ ਆਉਣ ਤੇ ਉਹਨਾਂ ਲਈ ਸੁੱਖ ਮੰਗਣ, ਆਣ ਕੇ ਕਹਿਣ ਪ੍ਰਭੂ ਇਸ ਘਰ ਨੂੰ ਸੁੱਖ ਦੇ। ਕਈਆਂ ਲੋਕਾਂ ਦੇ ਘਰਾਂ 'ਚ ਆਉਂਦੇ ਨੇ, ਕਹਿੰਦੇ ਜੀ ਅਸੀਂ ਗੁਰੂ ਨੂੰ ਸੱਦਿਆ ਹੈ, ਕਹਿੰਦੇ ਸੰਤ ਨੂੰ ਸੱਦਿਆ ਹੈ, ਸੰਤ ਆਇਆ। ਕਈ ਤੇ ਇਹੋ ਜਿਹੇ ਸੰਤ ਵਾ ਵੀ ਅੱਧਾ ਪੈਰ ਉਹਨਾਂ ਦਾ ਬਾਹਰ ਹੁੰਦਾ, ਅੰਦਰ ਹੁੰਦਾ, ਤੇ ਉਹ ਜੇ ਉਹਨੂੰ ਆਉਂਦਿਆਂ ਹੀ ਡਰਾ ਦਿੰਦੇ, ਆਉਂਦਿਆਂ ਹੀ ਲੈ ਕਹਿੰਦੇ ਮੇਰਾ ਤੇ ਤੁਹਾਡੇ ਘਰ ਪੈਰ ਨਹੀਂ ਰੱਖਿਆ ਜਾਣ ਡਿਆ। ਉਹ ਸਾਰਾ ਟੱਬਰ ਅੰਦਰ ਹੁੰਦੇ ਨੇ, ਉਹ ਸੰਤ ਹੋ ਕੇ ਕਹਿੰਦੇ ਨਾ ਮੇਰਾ ਤੇ ਪੈਰ ਨਹੀਂ ਰੱਖਿਆ ਜਾਂਦਾ। ਕਿਉਂ? ਕਹਿੰਦਾ ਤੁਹਾਡੇ ਘਰ ਤੇ ਬੜਾ ਤਗੜਾ ਕਿਸੇ ਨੇ ਕੀਤਾ ਹੋ ਜਾਏ, ਤੁਹਾਡੇ ਦੇ ਪੈਰਾਂ ਦੀ ਮਿੱਟੀ ਚੁੱਕੀ ਆ, ਤੁਹਾਡੇ ਤੇ ਕਹਿੰਦੇ ਚੌਲ ਵਾਰ ਕੇ ਪਤਾ ਨਹੀਂ ਸੁੱਟੇ ਆ ਕਰੇ, ਤੁਹਾਡੇ ਘਰਾਂ 'ਚ ਕੇਲੇ ਠੋਕੇ ਨੇ, ਤੁਹਾਡੇ ਘਰਾਂ 'ਚ ਉਹ ਕੀਤਾ ਜੇ ਕੀਤਾ, ਪਤਾ ਨਹੀਂ ਕੀ ਕਹਿ ਕੇ ਅੱਗੇ ਵਿਚਾਰੇ ਚੱਜ ਨਾਲ ਸੌਂਦੇ ਸੀ। ਜਿੱਦਣ ਉਹਨਾਂ ਜਿਹੜਾ ਗੁਰੂ ਨੂੰ ਸੱਦ ਲਿਆ ਹੈ, ਜਿੱਦਣ ਆਪਣੇ ਹਿਸਾਬ ਨਾਲ ਉਹਨੂੰ ਸੰਤ ਨੂੰ ਸੱਦ ਲਿਆ, ਉਦੋਂ ਸੌਣੋਂ ਵੀ ਹਟ ਗਏ। ਤੇ ਜੇ ਵਾਕਿਆ ਯਾਰ ਸਾਨੂੰ ਤੇ ਪਤਾ ਨਹੀਂ, ਗੁਰੂ ਦਾ ਮਤਲਬ ਹੋਆ ਤੁਹਾਨੂੰ ਸ਼ਾਂਤੀ ਦਿਵਾਉਣਾ। ਕਬਰ ਗੁਰੂ ਦਾ ਮਤਲਬ ਹੁੰਦਾ ਗੌਰ ਚੋਂ ਕੱਢਣ ਵਾਲਾ, ਗੌਰ ਨਹੀਂ ਹੁੰਦਾ ਕਬਰ। ਗੁਰੂ ਦਾ ਮਤਲਬ ਹੁੰਦਾ ਕਬਰ ਚੋਂ ਕੱਢਣ ਵਾਲਾ। ਉਹ ਗੁਰੂ ਉਹ ਨਹੀਂ ਹੁੰਦਾ ਜਿਹੜਾ ਕਬਰ 'ਚ ਪਾ ਜੇ। ਸਾਡੇ ਕੋਲ ਬਹੁਤ ਲੋਕ ਆਉਂਦੇ ਨੇ, ਸੁਣੋ, ਸਾਡੇ ਕੋਲ ਬਹੁਤ ਲੋਕ ਆਉਂਦੇ ਨੇ, ਕੀਤੇ ਕਰਾਏ ਵੀ ਉਹਨਾਂ ਦੇ, ਜਾਦੂ ਟੂਣੇ ਨੇ, ਸਰਾਫ ਉਹਨਾਂ ਦੇ। ਮੈਨੂੰ ਦੱਸੋ ਇਹ ਕਦੀ ਕਿਸੇ ਨੂੰ ਕਿਹਾ ਜੀ ਤੁਹਾਡੇ ਕੋਲ ਜਿਨ੍ਹਾਂ ਲੋਕਾਂ ਨੂੰ ਪ੍ਰਭੂ ਨੇ ਕਿਰਪਾ ਦਿੱਤੀ, ਬਰਕਤ ਦਿੱਤੀ, ਚੰਗਿਆਈ ਦਿੱਤੀ, ਅਸੀਂ ਕਿਸੇ ਨੂੰ ਕਿਹਾ ਵੀ ਤੁਹਾਡੇ ਤੇ ਕਿਸੇ ਨੇ ਕੋਈ ਕੀਤਾ ਬੋਲੋ? ਅਜੇ ਕੀ ਕੀਤਾ ਵੀ ਹੁੰਦਾ ਵਾ, ਬਾਣੀ ਨਹੀਂ ਸਕਦੀ। ਕਈਆਂ ਪਾਸਟਰਾਂ ਨੇ ਇਹੋ ਕੰਮ ਫੜਿਆ। ਹਾਲੇਲੂਇਆ। ਪਾਸਟਰ ਨੂੰ ਬਾਬਿਆਂ ਦੀ ਨਕਲ ਕਰਦੇ ਆ, ਖਡਾਉਣ ਲੱਗ ਪੈਂਦੇ ਨੇ, ਚੁੱਪਟਾ ਲੈ ਕੇ ਉਹਨਾਂ ਦੇ ਦੁਆਲੇ ਹੋ ਜਾਂਦੇ। ਪਾਸਟਰ ਵੀ ਢੋਲਕੀ ਵਜਾਈ ਜਾਂਦੇ ਆ, ਕਹਿੰਦੇ ਢੋਲਕੀ ਜਾਓ, ਚੁੱਪਟਾ ਤੇ ਬਾਬਿਆਂ ਦਾ ਨਕਲ। ਬਾਈਬਲ ਦੇ ਵਿੱਚ ਲਿਖਿਆ ਜਿਨ੍ਹਾਂ ਦੇ ਵਿੱਚ ਭ੍ਰਿਸ਼ਟ ਆਤਮਾ ਹੁੰਦੀ ਸੀ, ਪ੍ਰਭੂ ਯਿਸੂ ਮਸੀਹ ਉਸ ਮਨੁੱਖ ਨੂੰ ਬੋਲਣ ਨਹੀਂ ਸੀ ਦਿੰਦਾ। ਚੁੱਪ ਕੀ ਕਰਦਾ? ਪਾਸਟਰ ਕੀ ਕਰਦਾ? ਬੋਲ ਤੇ ਚਕਾਉਣਾ। ਸਤਾਨ ਕੋ ਝੂਠ ਬੋਲ ਦਿੰਦਾ, ਕਹਿੰਦਾ ਮੈਂ ਤਾਂ ਚਾਚਾ ਮਾਮਾ ਤਾਇਆ ਮੈਂ ਤਾਂ ਭੂਆ ਮਾਮਾ ਫੁੱਫੜ। ਪਰ ਬੜੇ ਖੁਸ਼ ਹੁੰਦੇ, ਵਿਸ਼ਵਾਸੀ ਲੋਕ ਵੀ ਬੜੇ ਖੁਸ਼ ਹੁੰਦੇ, ਕਹਿੰਦੇ ਪਾਸਟਰ ਜੀ ਉਹ ਸਾਡਾ ਪਾਸਟਰ ਤੇ ਇਹ ਕੰਮ ਦਾ ਦੱਸਦਾ ਹੀ ਕੋਈ ਨਹੀਂ। ਪਰ ਇਹ ਬਾਈਬਲ 'ਚ ਨਹੀਂ ਲਿਖਿਆ।